ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਆਪਣਾ ਹੈਗਾ ਜਿਹੜਾ ਟੌਪਿਕ ਸਪੀਕਿੰਗ ਤੇ। ਠੀਕ ਹੈ, ਸਪੀਕਿੰਗ ਦੀਆਂ ਟਿਪਸ ਦੇਣੀਆਂ ਮੈਂ ਅੱਜ ਵੀ ਸਪੀਕਿੰਗ ਆਪਾਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ, ਸਪੀਕਿੰਗ ਦੇ ਵਿੱਚ ਕਿੱਦਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੈਂਡ ਸਕੋਰ ਲੈ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਸਪੀਕਿੰਗ ਜੋ ਕਿ ਤੁਹਾਨੂੰ ਪਤਾ 11 to 14 ਮਿੰਟਸ ਦੀ ਹੁੰਦੀ ਹੈ। ਠੀਕ ਹੈ ਜੀ, ਠੀਕ ਹੈ। 3 ਪਾਰਟਸ ਦੇ ਵਿੱਚ ਡਿਵਾਈਡ ਕੀਤੀ ਹੋਈ ਹੈ ਇਹ। ਪਾਰਟ 1 ਜੋ ਕਿ ਇੰਟਰੋਡਕਟਰੀ ਪਾਰਟ ਹੈ ਤੁਹਾਡਾ, ਠੀਕ ਹੈ ਜੀ। ਹੌਬੀਜ਼, ਤੁਹਾਡੀ ਫੈਮਲੀ, ਕੁਆਲੀਫਿਕੇਸ਼ਨ, ਲਾਈਕ ਡਿਸਲਾਈਕ ਜਾਂ ਛੋਟੇ ਛੋਟੇ ਕੋਈ ਟੌਪਿਕ ਇਸ ਨਾਲ ਦੇ ਰਿਗਾਰਡਿੰਗ ਤੁਹਾਨੂੰ ਪੁੱਛ ਲਏ ਜਾਂਦੇ ਨੇ। ਠੀਕ ਹੈ ਜੀ, ਇਸ 'ਤੇ ਲੱਗਦਾ ਟੋਟਲ ਟਾਈਮ 4 to 5 ਮਿੰਟਸ। ਇਹ ਹੈ ਅਤੇ ਸੈਕਿੰਡ ਹੈ ਕਿਊ ਕਾਰਡ, ਜਿਹੜਾ ਇੱਕ ਤੁਹਾਨੂੰ ਟੌਪਿਕ ਦੇ ਦਿੱਤਾ ਜਾਂਦਾ ਉਸ 'ਤੇ ਤੁਸੀਂ ਕੀ ਕਰਨਾ ਹੁੰਦਾ, 2 ਮਿੰਟ ਬੋਲਣਾ ਹੁੰਦਾ, 1 ਮਿੰਟ ਮਿਲਦਾ ਤੁਹਾਨੂੰ ਪ੍ਰਿਪੇਅਰ ਕਰਨ ਦੇ ਲਈ। ਠੀਕ ਹੈ, ਪਹਿਲਾਂ ਮੈਂ ਦੱਸ ਚੁੱਕੀ ਹਾਂ, ਥੋੜ੍ਹਾ ਜਿਹਾ ਓਵਰਵਿਊ ਦੇ ਰਹੀ ਹਾਂ ਦੁਬਾਰਾ। ਠੀਕ ਹੈ ਜੀ, ਇਹ 'ਚ 2 ਮਿੰਟ ਤੁਸੀਂ ਬੋਲਣਾ ਹੈ ਅਤੇ 1 ਮਿੰਟ ਤੁਹਾਨੂੰ ਮਿਲਦਾ ਪ੍ਰਿਪਰੇਸ਼ਨ ਦੇ ਲਈ। 1 ਮਿੰਟ ਫॉर ਪ੍ਰਿਪਰੇਸ਼ਨ। ਠੀਕ ਹੈ, ਅਤੇ ਥਰਡ ਪਾਰਟ ਕੀ ਹੁੰਦਾ ਤੁਹਾਡਾ, ਇਸ ਦੇ ਨਾਲ ਕਨੈਕਟਡ ਹੁੰਦਾ ਹੈ। ਕਈ ਵਾਰ ਇਸ ਦੇ ਨਾਲ ਦੇ ਕੁਐਸਚਨ ਵੀ ਜਾਂ ਕੁਝ ਅਲੱਗ ਤੋਂ ਟੌਪਿਕ ਵੀ ਚੱਕ ਲਿਆ ਜਾਂਦਾ। ਠੀਕ ਹੈ, ਫੋਲੋ ਅਪ ਕੁਐਸਚਨਸ ਹੁੰਦੇ ਨੇ। ਇਸ 'ਤੇ ਵੀ 4 ਜਾਂ 5 ਮਿੰਟਸ ਹੀ ਲੱਗਦੇ ਨੇ। ਠੀਕ ਹੈ, ਸਪੀਕਿੰਗ ਦੇ ਵਿੱਚ ਮੇਨ ਕੀ ਹੈ ਤੁਹਾਡਾ ਕੌਨਫੀਡੈਂਸ। ਤੁਹਾਡੇ 'ਚ ਕੌਨਫੀਡੈਂਸ ਹੈ ਜਿਹੜਾ ਜ਼ਰੂਰ ਹੋਣਾ ਚਾਹੀਦਾ। ਠੀਕ ਹੈ, ਕਿਉਂਕਿ ਸਿਰਫ ਦੇਖੋ 11 ਤੋਂ 14 ਮਿੰਟ ਦੇ ਵਿੱਚ ਤੁਸੀਂ ਉਹਨਾਂ ਨੂੰ ਸ਼ੋਅ ਕਰਨਾ, ਸ਼ੋਅ ਆਫ ਕਰਨਾ ਕਿ ਹਾਂ ਮੈਨੂੰ ਇੰਗਲਿਸ਼ ਆਉਂਦੀ ਹੈ। ਠੀਕ ਹੈ, ਬਟ ਇਹ ਨਹੀਂ ਹੈਗਾ ਕਿ ਤੁਸੀਂ ਉਸ ਤਰ੍ਹਾਂ ਬੋਲਣ ਦੀ ਕੋਸ਼ਿਸ਼ ਕਰੋ ਜਿੱਦਾਂ ਦੀ ਤੁਹਾਡੀ ਸਪੀਕਿੰਗ ਹੈ ਨਹੀਂ। ਤੁਸੀਂ ਕਿਸੇ ਫੋਰਨਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰੋ, ਉੱਦਾਂ ਨਹੀਂ ਬੋਲਣਾ ਜਿਵੇਂ ਤੁਹਾਡੀ ਸਪੀਕਿੰਗ ਹੈਗੀ ਹੈ। ਤੁਸੀਂ ਆਪਣੀ ਲੈਂਗੁਏਜ ਨੈਚੁਰਲ ਵੇ, ਨੈਚੁਰਲ ਟੋਨ ਨਾਲ ਬੋਲਣਾ ਹੁੰਦਾ। ਠੀਕ ਹੈ ਜੀ, ਹੁਣ ਸਪੀਕਿੰਗ 'ਚ ਕੁਝ ਸਟੈਪਸ ਫੋਲੋ ਕਰਨੇ ਹੁੰਦੇ ਆ। ਠੀਕ ਹੈ, ਫਸਟ ਹੈ ਬੀ ਫਾਰਮਲ। ਠੀਕ ਹੈ, ਹੁਣ ਇਹ ਦੋਨੇ ਤਰੀਕੇ ਨਾਲ ਹੈ, ਫਾਰਮਲ। ਠੀਕ ਹੈ, ਵੀ ਇੱਕ ਤਾਂ ਜਿਹੜਾ ਤੁਸੀਂ ਬੋਲਣਾ ਹੈ ਉਹਦੇ ਵਿੱਚ ਕੋਈ ਸਲੈਂਗਸ ਨਹੀਂ ਯੂਜ਼ ਕਰਨੇ। ਠੀਕ ਹੈ, ਫਾਰਮਲੀ ਬੋਲਣਾ ਹੈ, ਰਿਸਪੈਕਟਫੁਲੀ ਉਸਨੂੰ ਬੋਲਣਾ ਹੈ। ਅਤੇ ਫਾਰਮਲ 'ਚ 2 ਚੀਜ਼ਾਂ ਆ ਗਈਆਂ, ਜਿਹੜੀ ਡਰੈਸ ਵੀ ਆ ਤੁਹਾਡੀ ਉਹ ਵੀ ਤੁਹਾਡੀ ਕੀ ਹੋਣੀ ਚਾਹੀਦੀ ਹੈ, ਫਾਰਮਲ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਤੁਸੀਂ, ਇਹ ਇੱਕ ਗੱਲ ਹੋਰ ਹੈ, ਕਈ ਬੱਚੇ ਕਹਿੰਦੇ ਵੀ ਅਸੀਂ ਕੀ ਪਾ ਕੇ ਜਾਈਏ। ਜਿਹੜੇ ਲੜਕੀਆਂ ਕਈ ਵਾਰ ਸੂਟਸ ਪਾਉਂਦੀਆਂ ਹੁੰਦੀਆਂ, ਠੀਕ ਹੈ, ਉਹ ਕੀ ਕਹਿ ਦਿੰਦੀਆਂ ਵੀ ਅਸੀਂ ਵੀ ਕੁਝ ਵੈਸਟਰਨ ਡਰੈਸ ਪਾ ਕੇ ਜਾਈਏ ਜਾਂ ਜੀਨਸ ਵਗੈਰਾ ਪਾ ਕੇ ਜਾਈਏ। ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ, ਜਿਸ 'ਚ ਤੁਸੀਂ ਕੰਫਰਟੇਬਲ ਹੋ ਉਹ ਚਾਹੀਦਾ। ਬਟ ਕੀ ਚਾਹੀਦਾ, ਸਿੰਪਲ। ਇਹ ਨਹੀਂ ਹੈਗਾ ਕਿ ਤੁਸੀਂ ਇੱਦਾਂ ਤਿਆਰ ਹੋ ਕੇ ਚਲ ਜਾਓ ਜਿਵੇਂ ਪਾਰਟੀ 'ਤੇ ਜਾਣਾ ਹੁੰਦਾ। ਠੀਕ ਹੈ, ਤੁਸੀਂ ਕੰਫਰਟੇਬਲ ਹੋਣੇ ਚਾਹੀਦੇ ਅਤੇ ਕੀ ਹੋਣੀ ਚਾਹੀਦੀ ਹੈ ਤੁਹਾਡੀ ਡਰੈਸ ਹੈ ਜਿਹੜੀ ਫਾਰਮਲ ਹੋਣੀ ਚਾਹੀਦੀ ਹੈ। ਲੈਂਗੁਏਜ ਵੀ ਤੁਹਾਡੀ ਕੀ ਹੋਣੀ ਚਾਹੀਦੀ ਹੈ, ਫਾਰਮਲ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਸੋ ਤੁਸੀਂ ਇੱਦਾਂ ਦੇ ਵਰਡਸ ਯੂਜ਼ ਨਹੀਂ ਕਰ ਸਕਦੇ ਜਿਹੜਾ ਉਸਨੂੰ ਡਿਸਰਿਸਪੈਕਟ ਕਰਨ, ਜਾਂ ਇੱਦਾਂ ਦੀ ਤੁਸੀਂ ਇਹ ਨਾ ਹੋਵੇ ਵੀ ਤੁਸੀਂ ਬਹੁਤ ਜ਼ਿਆਦਾ ਡਾਰਕ ਕਲਰ ਪਾ ਕੇ ਚਲੇ ਗਏ ਜਿਹੜਾ ਉਹਦੀਆਂ ਅੱਖਾਂ ਨੂੰ ਕੀ ਕਰ ਰਿਹਾ, ਵੀ ਉਹਦੀ ਅੱਖਾਂ ਵਾਰੀ ਵਾਰੀ ਉਹਨੂੰ ਪਰੇਸ਼ਾਨੀ ਆ ਰਹੀ ਹੈ ਜਾਂ ਕੀ ਹੈ, ਉਹ ਤੁਹਾਡੀ ਡਰੈਸ ਵੱਲ ਹੀ ਵਾਰੀ ਵਾਰੀ ਦੇਖੀ ਜਾ ਰਿਹਾ। ਸੋ ਇੱਦਾਂ ਦੇ ਕੱਪੜੇ ਨਹੀਂ ਪਾਉਣੇ ਹੁੰਦੇ, ਆਪਾਂ ਨੇ ਸਿੰਪਲ ਕਲੋਥ ਪਾ ਕੇ ਹੀ ਜਾਣਾ ਹੁੰਦਾ। ਠੀਕ ਹੈ ਜੀ, ਸੈਕਿੰਡ ਹੈ ਬੀ ਪੋਲਾਈਟ। ਜਿਹੜੇ ਬੱਚੇ ਕੋਈ ਹੋਊਗਾ ਜਿਨ੍ਹਾਂ ਨੇ ਐਗਜ਼ਾਮ ਦਿੱਤਾ ਹੋਊਗਾ, ਤੁਹਾਨੂੰ ਪਤਾ ਹੋਊਗਾ ਵੀ ਐਗਜ਼ਾਮੀਨਰ ਜਿਹੜਾ ਕੀ ਹੈ ਬਹੁਤ ਜ਼ਿਆਦਾ ਪੋਲਾਈਟ ਬੋਲਦਾ ਹੁੰਦਾ, ਤੁਹਾਨੂੰ ਬਹੁਤ ਜ਼ਿਆਦਾ ਕੰਫਰਟੇਬਲ ਫੀਲ ਕਰਾਉਣ ਦੀ ਕੋਸ਼ਿਸ਼ ਕਰਦੇ ਨੇ। ਤੁਸੀਂ ਵੀ ਬਹੁਤ ਜ਼ਿਆਦਾ ਪੋਲਾਈਟ ਰਹਿਣਾ ਹੁੰਦਾ। ਠੀਕ ਹੈ, ਬਿਲਕੁਲ ਹਾਈਪਰ ਨਹੀਂ ਹੋਣਾ ਹੁੰਦਾ, ਬਿਲਕੁਲ ਪੋਲਾਈਟ ਵੇ ਨਾਲ ਤੁਸੀਂ ਆਨਸਰ ਕਰਨਾ ਹੁੰਦਾ, ਵੀ ਬਹੁਤ ਜ਼ਿਆਦਾ ਕਾਮ ਹੋ ਕੇ। ਠੀਕ ਹੈ, ਵੀ ਅਸੀਂ ਤਾਂ ਬਹੁਤ ਜ਼ਿਆਦਾ ਕਾਮ ਹੈ, ਬਹੁਤ ਪੋਲਾਈਟ ਮੈਨਰ ਨਾਲ ਤੁਸੀਂ ਵੀ ਉਹਨਾਂ ਨੂੰ ਆਨਸਰ ਕਰਨਾ। ਨੈਕਸਟ ਹੈ ਮੇਨਟੇਨ ਆ ਪੋਸਚਰ। ਠੀਕ ਹੈ, ਪੋਸਚਰ ਕੀ ਹੁੰਦਾ, ਤੁਸੀਂ ਇਹ ਨਹੀਂ ਹੈਗਾ ਕਿ ਫੇਸ 'ਤੇ ਤੁਸੀਂ ਬੈਠੇ ਹੋ। ਠੀਕ ਹੈ, ਐਗਜ਼ਾਮੀਨਰ ਤੁਸੀਂ ਐਵੇਂ ਹੱਥ ਰੱਖ ਕੇ ਬੈਠ ਕੇ ਜਾਂ ਵਾਰੀ ਵਾਰੀ ਇੱਥੇ ਆ ਹੱਥ ਲਾ ਲਿਆ।
ਸੋ ਇਦਾਂ ਕੁਝ ਵੀ ਨਹੀਂ ਕਰਨਾ ਹੁੰਦਾ, ਤੁਸੀਂ ਸਿੰਪਲ ਉਹਦੇ ਕਿੰਨੀ ਦੇਖਣਾ, ਇਹ ਵੀ ਨਹੀਂ ਹੈਗਾ ਉਹਦੇ ਆਈਜ਼ ਕਿੰਨੀ ਦੇਖੀ ਜਾਓ ਜਾਂ ਆਈ ਕੰਟੈਕਟ ਹੀ ਬਣਾਈ ਰੱਖੋ, ਠੀਕ ਹੈ, ਇਹ ਵੀ ਨਹੀਂ ਹੁੰਦਾ, ਤੁਸੀਂ ਉਹਦੇ ਚਿੰਨ੍ਹ 'ਤੇ ਦੇਖ ਸਕਦੇ ਹੋ, ਠੀਕ ਹੈ ਜੀ। ਇਹਦੇ ਨਾਲ ਤੁਹਾਡਾ ਆਈ ਕੰਟੈਕਟ ਵੀ ਬਣਿਆ ਰਹਿੰਦਾ ਅਤੇ ਪੋਸਚਰ ਵੀ ਵਧੀਆ ਬਣਿਆ ਰਹਿੰਦਾ। ਆਪਣੇ ਫੇਸ 'ਤੇ ਜ਼ਿਆਦਾ ਉਹ ਨਹੀਂ ਕਰਨਾ ਹੁੰਦਾ, ਤੁਸੀਂ ਇੱਦਾਂ ਹੱਥ ਹੁੱਥ ਕੁਛ ਰੱਖ ਕੇ ਨਹੀਂ ਬੈਠਣਾ ਹੁੰਦਾ, ਸਿੰਪਲ ਤਰੀਕੇ ਨਾਲ ਬੈਠਣਾ, ਨੋਰਮਲ ਵੀ ਆਪਾਂ ਇੱਕ ਐਗਜ਼ਾਮ ਦੇ ਰਹੇ ਹਾਂ, ਆਪਣਾ ਸਾਹਮਣੇ ਕੀ ਬੈਠਾ, ਐਗਜ਼ਾਮੀਨਰ ਬੈਠਾ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਨੈਕਸਟ ਹੈ ਸਪੀਕ ਕਲੀਅਰਲੀ। ਹੁਣ ਸਪੀਕ ਕਲੀਅਰਲੀ ਦਾ ਮਤਲਬ ਹੈ ਵੀ ਜਿੰਨਾ ਵੀ ਤੁਸੀਂ ਬੋਲੋਗੇ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ, ਚਾਹੇ ਤੁਸੀਂ ਹੌਲੀ ਬੋਲੋ ਬਟ ਐਗਜ਼ਾਮੀਨਰ ਨੂੰ ਕੀ ਹੈ ਸਮਝ ਆਉਣਾ ਚਾਹੀਦਾ। ਇਹ ਨਹੀਂ ਹੈਗਾ ਤੁਸੀਂ ਬੋਲੀ ਜਾ ਰਹੇ ਹੋ ਐਗਜ਼ਾਮੀਨਰ ਨੂੰ ਕੁਝ ਵੀ ਸਮਝ ਹੀ ਨਹੀਂ ਆ ਰਿਹਾ। ਸੋ ਗ੍ਰਾਮਰ ਦਾ ਬਹੁਤ ਧਿਆਨ ਰੱਖਣਾ ਹੁੰਦਾ, ਠੀਕ ਹੈ। ਗ੍ਰਾਮਰ ਤਾਂ ਜ਼ਰੂਰੀ ਹੈ ਹੀ ਹੈ, ਜੇ ਗ੍ਰਾਮਰ ਹੁਣ ਤੁਸੀਂ ਸਹੀ ਵਰਤੋਗੇ ਤਾਂ ਆਟੋਮੈਟਿਕਲੀ ਜਿਹੜੇ ਤੁਹਾਡੇ ਸੈਂਟੈਂਸ ਸਹੀ ਬਣਨਗੇ, ਠੀਕ ਹੈ। ਤੁਹਾਨੂੰ ਕਿਊ ਕਾਰਡ ਹੈ ਜਿਹੜਾ ਪਾਸਟ 'ਚ ਪੁੱਛਿਆ ਗਿਆ, ਤੁਸੀਂ ਬੋਲੀ ਜਾ ਰਹੇ ਹੋ ਫਿਊਚਰ 'ਚ ਜਾਂ ਪ੍ਰੈਜ਼ੈਂਟ 'ਚ। ਸੋ ਇਸ ਤਰ੍ਹਾਂ ਹੈ ਕਿ ਆਪਣਾ ਕੀ ਬੋਲਣਾ ਹੈ, ਕਲੀਅਰਲੀ ਬੋਲਣਾ ਹੈ, ਜਿਹੜੇ ਵੀ ਵਰਡਸ ਨੇ ਉਹ ਸਮਝ ਆਉਣੇ ਚਾਹੀਦੇ ਨੇ, ਠੀਕ ਹੈ ਜੀ। ਕੀਪ ਅ ਸਟੱਡੀ ਪੇਸ। ਸਟੱਡੀ ਪੇਸ ਦਾ ਮਤਲਬ ਹੈ ਵੀ ਜਿਹੜੀ ਤੁਹਾਡੀ ਟੋਨ ਹੈ ਸਟਾਰਟਿੰਗ ਤੋਂ, ਜਿਵੇਂ ਤੁਸੀਂ ਸਟਾਰਟ ਕੀਤਾ ਸਪੀਕਿੰਗ ਤੁਹਾਡੀ ਸਟਾਰਟਿੰਗ ਤੋਂ ਜਿਵੇਂ ਸਟਾਰਟ ਹੋਈ ਹੈ, ਤੁਸੀਂ ਜਿੱਦਾਂ ਦੀ ਟੋਨ ਰੱਖੀ ਹੋਈ ਹੈ ਵੀ ਤੇਜ਼ ਬੋਲ ਰਹੇ ਹੋ ਹੌਲੀ ਬੋਲ ਰਹੇ ਹੋ, ਕਈ ਨੋ ਡਾਊਟ ਕਈਆਂ ਦੀ ਸਪੀਕਿੰਗ ਕੀ ਹੈ ਉਹ ਬਹੁਤ ਜ਼ਿਆਦਾ ਫਾਸਟ ਬੋਲਦੇ ਹੁੰਦੇ ਆ, ਉਹ ਕੰਟਰੋਲ ਨਹੀਂ ਕਰ ਪਾਉਂਦੇ, ਠੀਕ ਹੈ, ਉਹ ਸਲੋ ਨਹੀਂ ਬੋਲ ਪਾਉਂਦੇ, ਬਟ ਕੀ ਹੈ ਤੁਸੀਂ ਇੱਕੋ ਜਿਹੀ ਪੇਸ ਰੱਖਣੀ ਹੁੰਦੀ ਹੈ, ਠੀਕ ਹੈ। ਜ਼ਿਆਦਾ ਬੈਟਰ ਕੀ ਰਹਿੰਦਾ ਜੇ ਤੁਸੀਂ ਹੌਲੀ ਬੋਲੋ। ਬੱਚੇ ਕੀ ਕਰਦੇ ਨੇ, ਇੰਟਰੋਡਕਟਰੀ ਕੁਐਸਚਨ ਆਏ ਉਦੋਂ ਤਾਂ ਬੋਲਣ ਲੱਗ ਜਾਂਦੇ ਨੇ ਫਾਸਟ ਕਿਉਂਕਿ ਉਹਨਾਂ ਨੂੰ ਆਉਂਦੇ ਹੁੰਦੇ ਨੇ, ਠੀਕ ਹੈ। ਇੱਥੋਂ ਪਤਾ ਲੱਗ ਜਾਂਦਾ ਵੀ ਹਾਂ ਇਹਨਾਂ ਨੇ ਜਾਂ ਤਾਂ ਕੁਝ ਰੱਟਾ ਲਗਾਇਆ ਜਾਂ ਕਿਵੇਂ। ਬਟ ਜਦੋਂ ਆ ਜਾਂਦਾ ਹੈ ਟੌਪਿਕ 2, ਠੀਕ ਹੈ, ਕਿਊ ਕਾਰਡ, ਉਸ ਟਾਈਮ ਕੀ ਹੋ ਜਾਂਦੀ ਹੈ ਜਿਹੜੀ ਤੁਹਾਡੀ ਬੋਲਣ ਦੀ ਸਪੀਡ ਹੈ ਆਟੋਮੈਟਿਕਲੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਸੋ ਇਸ ਤਰ੍ਹਾਂ ਨਹੀਂ ਕਰਨਾ ਹੁੰਦਾ, ਇੱਕ ਜਿਹੜਾ ਪੇਸ ਮੇਨਟੇਨ ਕਰਕੇ ਰੱਖਣੀ ਹੈ, ਇੱਕ ਸਪੀਡ ਮੇਨਟੇਨ ਕਰਕੇ ਰੱਖਣੀ ਹੁੰਦੀ ਹੈ। ਨੈਕਸਟ ਹੈ ਡੋਂਟ ਯੂਜ਼ ਸਲੈਂਗ। ਸਲੈਂਗਸ ਨਹੀਂ ਯੂਜ਼ ਕਰਨੇ ਹੁੰਦੇ ਆਪਾਂ ਨੇ, ਜਿੱਦਾਂ ਆਪਾਂ ਮਦਰ ਨੂੰ ਮੋਮ ਕਹਿ ਦਿੰਦੇ ਹਾਂ, ਠੀਕ ਹੈ, ਇਸ ਤਰ੍ਹਾਂ ਦੇ ਵਰਡਸ ਨਹੀਂ, ਆਪਾਂ ਨੇ ਪ੍ਰੋਪਰ ਵਰਡਸ ਹੀ ਯੂਜ਼ ਕਰਨੇ ਆ ਸਪੀਕਿੰਗ ਦੇ ਵਿੱਚ। ਮਦਰ ਨੂੰ ਮਦਰ ਹੀ ਕਹਿਣਾ, ਮੋਮ ਨਹੀਂ ਕਹਿਣਾ, ਇਸ ਤਰ੍ਹਾਂ ਹੀ, ਠੀਕ ਹੈ। ਬਰੋ ਸਿਸ ਇੱਦਾਂ ਕੁਝ ਨਹੀਂ ਕਹਿਣਾ ਹੁੰਦਾ, ਆਪਾਂ ਨੇ ਪ੍ਰੋਪਰ ਬੋਲਣਾ, ਕੋਈ ਸਲੈਂਗ ਨਹੀਂ ਯੂਜ਼ ਕਰਨਾ, ਠੀਕ ਹੈ। ਵਰਡਸ ਨੂੰ ਖਾਣਾ ਨਹੀਂ ਹੈਗਾ, ਪ੍ਰੋਪਰ ਪੂਰਾ ਵਰਡ ਬੋਲਣਾ। ਅਤੇ ਲਿਖਣ 'ਚ ਵੀ ਆਪਾਂ ਨੇ ਰਾਈਟਿੰਗ 'ਚ ਕਦੇ ਵੀ ਸ਼ਾਰਟ ਫਾਰਮ ਨਹੀਂ ਯੂਜ਼ ਕਰਨੀ ਹੁੰਦੀ, ਠੀਕ ਹੈ। ਨੈਕਸਟ ਹੈ ਫਲੂਐਂਟਲੀ ਬੋਲੋ। ਫਲੂਐਂਟਲੀ ਮਤਲਬ ਹੁੰਦਾ ਬਿਨਾਂ ਰੁਕੇ, ਬਿਨਾਂ ਪੌਜ਼, ਠੀਕ ਹੈ। ਇਹ ਤੁਸੀਂ ਕਦੋਂ ਬੋਲੋਗੇ, ਜਦੋਂ ਤੁਸੀਂ ਬਿਲਕੁਲ ਸਿੰਪਲ ਬੋਲੋਗੇ, ਠੀਕ ਹੈ। ਥੋੜੀ ਜਿਹੀ ਵੋਕੈਬਲਰੀ ਐਡ ਕਰ ਦਿਓ, ਠੀਕ ਹੈ, ਵੋਕੈਬ ਵੀ ਜ਼ਰੂਰੀ ਹੈ, ਠੀਕ ਹੈ, ਵੋਕੈਬ ਵੀ ਹੋਣੀ ਚਾਹੀਦੀ ਹੈ, ਬਟ ਇੰਨੀ ਵੀ ਨਾ ਹੋਵੇ ਕਿ ਜਿਹੜੀ ਤੁਹਾਨੂੰ ਬੋਲਣ 'ਚ ਪ੍ਰੋਬਲਮ ਕਰੇ, ਬੋਲਣ 'ਚ ਦਿੱਕਤ ਆਵੇ, ਠੀਕ ਹੈ। ਫਲੂਐਂਟਲੀ ਉਦੋਂ ਬੋਲੋਗੇ ਜਦੋਂ ਤੁਸੀਂ ਸਿੰਪਲ ਬੋਲ ਰਹੇ ਹੋ, ਠੀਕ ਹੈ। ਕਿਸੇ ਵੀ ਕਿਊ ਕਾਰਡ ਨੂੰ ਕੀ ਨਹੀਂ ਕਰਨਾ, ਡੋਂਟ ਮੈਮੋਰਾਈਜ਼ इसका मतलब यह है, देखो जो हुण पहला तो गल है भी अपने फ्लुएंट बोलना है, रुकना नहीं, पॉज नहीं लगाने है, ठीक है। बिल्कुल हौली बोलो भावें, ठीक है, सिंपल बोलो, तो वकैब थोड़ी थोड़ी लिटल बिट आप ऐड कर दो। जरूरी नहीं होंगे भी वकैब ऐड करके तुहानूं स्कोर मिलना है, तुसीं वकैब ऐड करी जाते हो पर बोली की जा रहे हो, एक मिनट रुक के साह लै के। सो इदां दा कुछ नहीं होंदा। जे तुसीं स्पीकिंग करनी है, ठीक है, बिल्कुल तुहाडा अंदरों नैचुरल वे नाल तुहाडी स्पीकिंग होनी चाहिए है, ठीक है जी। नैक्सट है डोंट मैमोराइज एनी क्यू कार्ड, ठीक है। हुण मैमोराइज उही गल आ गई भी बच्चे स्मार्ट बन जाते हैं,
ਉਹ ਕੀ ਕਰਦੇ ਨੇ, ਜਿਹੜਾ ਬੁੱਕ 'ਚ ਹੁੰਦਾ ਉਹਨਾਂ ਨੂੰ ਕਿਊ ਕਾਰਡ ਉਹਨੂੰ ਹੀ ਯਾਦ ਕਰ ਲੈਂਦੇ ਆ। ਸੋ ਇਦਾਂ ਦਾ ਕਦੇ ਵੀ ਨਹੀਂ ਕਰਨਾ, ਠੀਕ ਹੈ। ਤੁਸੀਂ ਸਿਰਫ ਆਪਣਾ ਉਸ ਕਿਊ ਕਾਰਡ 'ਚੋਂ ਜਿਹੜਾ ਬੁੱਕ 'ਚ ਤੁਹਾਨੂੰ ਸੋਲਿਊਸ਼ਨ ਦਿੱਤਾ ਹੁੰਦਾ ਉਸ ਤੋਂ ਕੀ ਸਿਰਫ ਆਨਸਰ ਦੇ ਲਈ ਆਈਡੀਆ ਲੈਣਾ ਹੁੰਦਾ, ਨਾ ਕਿ ਸੇਮ ਕਾਪੀ ਕਰਨਾ, ਠੀਕ ਹੈ। ਜੇ ਤੁਸੀਂ ਸੇਮ ਕਾਪੀ ਕਰਦੇ ਹੋ ਇਹਦੇ ਨਾਲ ਵੀ ਕੀ ਹੈ, ਬੈਂਡ ਸਕੋਰ ਡਿਡਕਟ ਹੁੰਦੇ ਨੇ, ਠੀਕ ਹੈ, ਕਿਉਂਕਿ ਉਹ ਪਤਾ ਹੁੰਦਾ ਆਟੋਮੈਟਿਕਲੀ ਤੁਹਾਡੇ ਯਾਦ ਹੋਇਆ ਹੁੰਦਾ ਜਾਂ ਕਿੱਦਾਂ ਵੀ, ਤਾਂ ਤੁਹਾਡੇ ਬੋਲਣ ਤੋਂ ਹੀ ਪਤਾ ਲੱਗ ਜਾਂਦਾ, ਠੀਕ ਹੈ। फ्लुएंट होना चाहिए, वकैब होनी चाहिए है, क्यू कार्ड है, मेमोराइज नहीं करना, ठीक है। डोंट रिपीट व्हाट यू सेड बिफोर। इसका मतलब की है, बच्चे की करते हैं, ठीक है, मतलब कि गलती हो गई थोतों, तुसी वॉज लगाना सी या इज लगाना सी, इस दी जगह ते तुसी वॉज लगाता, ठीक है। ਤੁਹਾਨੂੰ पता लग गया, तुसी की करते हो ਉਹਨੂੰ रिपीट कर ਦਿੰਦੇ हो, रैपीटिशन नहीं करनी ਹੁੰਦੀ ਉਸ ਦੇ ਵਿੱਚ, ठीक है। ਜਿਹੜਾ गलत हो गया जान दो, ठीक है। बट जे तुसी ਉਹਨੂੰ ਦੁਬਾਰਾ रिपीट कर रहे हो, तुसी खुद एग्जामिनर ਨੂੰ ਦੱਸ ਰਹੇ ਹੋ ਵੀ ਪਹਿਲਾਂ ਮੇਰੇ ਤੋਂ गलत हो गया सी, ਹੁਣ मैं ਇਸ ਨੂੰ सही कर रहा, ठीक है। सो इस तरह कदे भी नहीं करना, कदे भी रिपीट नहीं करना, ਜਿਹੜਾ तुसी कहता ठीक है उस तो नैक्सट ਤੇ आ जाओ, ठीक है। सो ਇਹਦੇ ਨਾਲ ਵੀ ਕੀ ਹੈ, ਜੇ ਤੂੰ एग्जामिनर ਨੂੰ नहीं भी पता ਲੱਗਿਆ, ਕਈ ਵਾਰ ਉਹਦਾ ਧਿਆਨ नहीं भी ਹੁੰਦਾ, ਤਾਂ ਵੀ ਤੁਸੀਂ ਉਹਨੂੰ ਖੁਦ ਦੱਸੋਗੇ ਵੀ ਹਾਂ ਮੈਂ ਮਿਸਟੇਕ कर चुकी हाँ, ठीक है, ਜਾਂ कर चुकी हाँ। सो इस करके इस ते भी बहुत ध्यान रखना हुंदा। सब तो मेन गल, ठीक है, की करना हुंदा, तुसी स्टे ऑन टॉपिक। ਤੁਹਾਨੂੰ ਟੌਪਿਕ 'ਤੇ ਹੀ ਰਹਿਣਾ ਹੁੰਦਾ, ਇਹ ਨਹੀਂ ਵੀ ਤੁਹਾਨੂੰ ਟੌਪਿਕ ਕੁਝ ਹੋਰ ਦੇਤਾ ਤੁਸੀਂ ਬੋਲੀ ਕਿਸੇ ਹੋਰ ਬਾਰੇ ਜਾ ਰਹੇ ਹੋ। ਸੋ ਜਿਹੜਾ ਟੌਪਿਕ ਤੁਹਾਨੂੰ ਜਿਹੜਾ ਕਿਊ ਕਾਰਡ ਮਿਲਿਆ ਤੁਸੀਂ ਉਸ 'ਤੇ ਹੀ ਬੋਲਣਾ ਹੈ, ਠੀਕ ਹੈ, ਪ੍ਰੋਪਰ ਉਸੇ 'ਤੇ ਬੋਲਣਾ। ਤੁਸੀਂ ਇਹ ਨਾ ਹੋਵੇ ਤੁਹਾਨੂੰ ਬੋਲਿਆ ਕੁਝ ਹੋਰ ਗਿਆ, ਟੌਪਿਕ ਕੋਈ ਹੋਰ ਦਿੱਤਾ ਗਿਆ ਅਤੇ ਤੁਸੀਂ ਕੋਈ ਹੋਰ ਚੱਕ ਲਿਆ, ਜਾਂ ਫਿਰ ਗ੍ਰਾਮਰ ਤੁਸੀਂ ਕਹੀ ਗਏ ਉਹਨਾਂ ਨੇ ਕੋਈ ਪੁੱਛਿਆ ਪਾਸਟ 'ਚ ਤੁਸੀਂ ਫਿਊਚਰ 'ਤੇ ਆ ਗਏ। ਸੋ ਇਹ ਵੀ ਕੀ ਹੋ ਜਾਊਗਾ, ਸਾਰਾ ਰੋਂਗ ਹੋ ਜਾਊਗਾ, ਤੁਹਾਡੀ ਸਾਰੀ ਸਟੇਟਮੈਂਟ ਹੈ ਗਲਤ ਹੋ ਜਾਊਗੀ, ਠੀਕ ਹੈ। ਜੇ ਮੰਨ ਲਓ ਤੁਹਾਨੂੰ ਕੋਈ ਟੌਪਿਕ ਨਹੀਂ ਵੀ ਆਉਂਦਾ, ਠੀਕ ਹੈ, ਤਾਂ ਤੁਸੀਂ ਬੋਲਣਾ ਹੈ, 2 ਮਿੰਟ ਤਾਂ ਬੋਲਣਾ ਹੀ ਬੋਲਣਾ। ਕਿਊ ਕਾਰਡ 'ਤੇ ਕੀ ਕਰਨੀ ਹੈ, ਤੁਸੀਂ ਕੋਸ਼ਿਸ਼ ਕਰਨੀ ਹੈ, ਕਿਉਂਕਿ ਉਹ 2 ਮਿੰਟ ਤੋਂ ਪਹਿਲਾਂ ਹੀ ਤੁਹਾਨੂੰ ਚੁੱਪ ਕਰਵਾ ਦਿੰਦੇ ਆ। ਜਦੋਂ ਤੱਕ ਤੁਹਾਨੂੰ ਐਗਜ਼ਾਮੀਨਰ ਇੰਟਰਪਟ ਨਹੀਂ ਕਰਦਾ, ਵੀ ਰੋਕਦਾ ਨਹੀਂ ਹੈਗਾ, ਤੁਸੀਂ ਖੁਦ ਤੋਂ ਨਹੀਂ ਲਿਖਣਾ ਹੁੰਦਾ। ਤੁਸੀਂ ਆਪਣਾ 2 ਮਿੰਟ ਇੰਨੀ ਕੁ ਤਿਆਰੀ ਤੁਸੀਂ ਕਰਨੀ ਹੀ ਕਰਨੀ ਹੈ ਵੀ ਤੁਸੀਂ 2 ਮਿੰਟ ਬੋਲੋ, ਠੀਕ ਹੈ। ਜਦੋਂ ਤੁਸੀਂ ਕਲਾਸਿਸ ਲਗਾਉਂਦੇ ਹੋ, ਠੀਕ ਹੈ, ਉਦੋਂ ਤੋਂ 2 ਮਿੰਟ ਨਹੀਂ ਬੋਲਿਆ ਜਾਂਦਾ ਹੁੰਦਾ, ਬਟ ਜਦੋਂ ਤੁਹਾਡਾ ਐਗਜ਼ਾਮ ਹੁੰਦਾ ਵੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਹਾਂ ਅਸੀਂ ਬੋਲ ਰਹੇ ਸੀ, 2 ਮਿੰਟ ਹੋ ਵੀ ਗਏ ਜਾਂ ਐਗਜ਼ਾਮੀਨਰ ਨੇ ਤੁਹਾਨੂੰ ਸਟਾਪ ਕਰਤਾ, ਉਸ ਟਾਈਮ ਪਤਾ ਨਹੀਂ ਲੱਗਦਾ ਬਿਲਕੁਲ ਵੀ। ਸੋ ਤੁਸੀਂ ਪ੍ਰੈਕਟਿਸ ਵੱਧ ਤੋਂ ਵੱਧ ਕਰਿਆ ਕਰੋ। ਸਪੀਕਿੰਗ ਦੀ ਪ੍ਰੈਕਟਿਸ ਅਗਰ ਤਾਂ ਤੁਹਾਡੇ ਘਰੇ ਕੋਈ ਹੈਗਾ ਵੀ ਬੋਲਣ ਵਾਲਾ, ਠੀਕ ਹੈ, ਤਾਂ ਉਸ ਦੇ ਨਾਲ ਕਰ ਸਕਦੇ ਹੋ। ਬਟ ਅਗਰ ਨਹੀਂ ਕੋਈ ਹੈਗਾ ਵੀ ਜਿਹੜਾ ਇੰਗਲਿਸ਼ 'ਚ ਤੁਹਾਡੇ ਨਾਲ ਪ੍ਰੈਕਟਿਸ ਕਰ ਸਕੇ, ਤਾਂ ਸਭ ਤੋਂ ਬੈਸਟ ਕੀ ਹੈ, ਤੁਸੀਂ ਮਿਰਰ ਦੇ ਅੱਗੇ ਖੜੇ ਹੋ ਕੇ ਪ੍ਰੈਕਟਿਸ ਕਰ ਸਕਦੇ ਹੋ। ਜਾਂ ਫਿਰ ਉਸ ਤੋਂ ਵੀ ਹੋਰ ਕੀ ਗੱਲ ਹੈ, ਤੁਸੀਂ ਫੋਨ 'ਤੇ ਰਿਕਾਰਡ ਕਰ ਸਕਦੇ ਹੋ ਆਪਣੀ ਆਵਾਜ਼। ਰਿਕਾਰਡ ਕਰਕੇ ਦੇਖਿਓ ਆਪਣੀ ਆਵਾਜ਼ ਕਿੰਨੇ ਜ਼ਿਆਦਾ ਤੁਸੀਂ ਪੌਜ਼ ਲਾਓਗੇ, ਕਿੰਨੀਆਂ ਜ਼ਿਆਦੀਆਂ ਤੁਹਾਡੀਆਂ ਗਲਤੀਆਂ ਹੋਣਗੀਆਂ। ਇੱਕ ਵਾਰ ਸੁਣ ਕੇ ਤਾਂ ਤੁਹਾਨੂੰ ਖੁਦ ਨੂੰ ਹੱਸੀ ਆਊਗੀ ਵੀ ਹਾਂ ਮੈਂ ਕੀ ਕੀਤਾ। ਹੌਲੀ ਹੌਲੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਊਗੀ ਜਦੋਂ ਤੁਸੀਂ ਰਿਕਾਰਡ ਕਰਕੇ ਆਪਣੀ ਵੌਇਸ ਨੂੰ ਸੁਣੋਗੇ, ਠੀਕ ਹੈ ਜੀ, ਕਿਉਂਕਿ ਉੱਥੇ ਵੀ ਤੁਹਾਡੀ ਰਿਕਾਰਡ ਹੁੰਦੀ ਹੈ ਵੌਇਸ, ਨੋ ਡਾਊਟ ਉਹ ਤਾਂ ਬਾਅਦ 'ਚ ਸੁਣਨ ਲਈ ਹੁੰਦਾ, ਠੀਕ ਹੈ, ਕਿ ਉਹ ਰਿਕਾਰਡ ਮੇਨਟੇਨ ਕਰਦੇ ਆ। ਵੀ ਕਈ ਵਾਰ ਬੱਚਾ ਕਹਿ ਦਿੰਦਾ ਵੀ ਮੇਰੀ ਸਪੀਕਿੰਗ ਵਧੀਆ ਹੋਈ ਸੀ ਤਾਂ ਮੈਨੂੰ ਸਕੋਰ ਇੰਨਾ ਮਿਲਿਆ, ਵੈਸੇ ਨਹੀਂ ਰਿਕਾਰਡਿੰਗ ਚੈੱਕ ਹੁੰਦੀ। ਸੋ ਤੁਸੀਂ ਕੀ ਕਰਨਾ, ਤੁਸੀਂ ਆਪਣੀ ਜੇ ਸਪੀਕਿੰਗ ਨੂੰ ਵਧੀਆ ਕਰਨਾ ਤਾਂ ਤੁਸੀਂ ਵੀ ਕੀ ਕਰਨਾ, ਰਿਕਾਰਡ ਕਰਕੇ 5 ਵਾਰੀ ਘੱਟੋ ਘੱਟ ਇੱਕ ਕਿਊ ਕਾਰਡ ਨੂੰ ਪ੍ਰਿਪੇਅਰ ਕਰਕੇ ਰਿਕਾਰਡ ਕਰੋ, ਦੇਖੋ ਤੁਹਾਡੇ 'ਚ ਕਿੰਨੀ ਇੰਪਰੂਵਮੈਂਟ ਹੁੰਦੀ ਹੈ, ਠੀਕ ਹੈ ਜੀ। ਹੁਣ ਮੰਨ ਲਓ ਤੁਸੀਂ ਜਦੋਂ ਸਪੀਕਿੰਗ ਦੇ ਰਹੇ ਹੁੰਦੇ ਹੋ, ਠੀਕ ਹੈ, ਜਾਂ ਸਪੀਕਿੰਗ ਕੁਝ ਵੀ ਇੰਗਲਿਸ਼ 'ਚ ਬੋਲਦੇ ਹੋ, ਪੌਜ਼ ਆ ਜਾਂਦੇ ਆ। ਸੋ ਆਪਾਂ ਉਹ ਪੌਜ਼ ਦੀ ਜਗ੍ਹਾ ਕੀ ਗੈਪ ਫਿਲ ਕਰ ਸਕਦੇ ਹਾਂ, ਜਿਹਨਾਂ ਨੂੰ ਬੋਲਦੇ ਹਾਂ ਆਪਾਂ ਗੈਪ ਫਿਲਰਸ, ਠੀਕ ਹੈ। ਵੀ ਆਪਾਂ ਉੱਥੇ ਕੀ ਲਗਾ ਸਕਦੇ ਹਾਂ ਤਾਂ ਕਿ ਜਿਹੜਾ ਆਪਣਾ ਪੌਜ਼ ਹੈ ਪਤਾ ਨਾ ਲੱਗੇ ਵੀ ਹਾਂ ਵੀ ਆਪਾਂ ਨੇ ਪੌਜ਼ ਵੀ ਲੈ ਰਹੇ ਹਾਂ। ਸੋ ਆਪਾਂ ਉੱਥੇ ਵਰਡ ਯੂਜ਼ ਕਰ ਸਕਦੇ ਹਾਂ ਠੀਕ ਹੈ, ਠੀਕ ਹੈ, ਠੀਕ ਹੈ। ਇਹ ਵਰਡਸ ਕੀ ਨੇ, ਤੁਹਾਨੂੰ ਦੱਸ ਰਹੇ ਨੇ ਕਿ ਵੀ ਤੁਸੀਂ ਸੋਚ ਰਹੇ ਹੋ, ਥਿੰਕਿੰਗ ਦੇ ਲਈ ਇਹ ਵਰਡਸ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ। ਐਗਜ਼ਾਮੀਨਰ ਨੂੰ ਪਤਾ ਲੱਗ ਜੂਗਾ ਜਦੋਂ ਤੁਸੀਂ ਬੋਲੋਗੇ
ठीक है, एक ही है। बट ये नहीं भी हरेक सेंटेंस 'ਚ ਤੁਸੀਂ ਇਹ वर्ड यूज़ करने शुरू कर दो, नहीं इदां नहीं भी किते पॉज लै लिया तो ਤੁਸੀਂ ਇਹ वर्ड यूज़ कर लिया। ਇਹਦੇ ਨਾਲ ਕੀ शो होगी भी ਤੁਸੀਂ कुछ सोच रहे हो, ठीक है। इस तरह ही वैल, ये भी की है कनैक्टर की तरह ही है, ठीक है। होर तुसी कह सकते हो इन एडिशन टू दिस, मान लो क्यू कार्ड सुना रहे हो, उस दे विच होर कुछ ऐड करना चाहते हो, ठीक है। कनैक्टर्स मोर एवर, ठीक है। ये ज़्यादा जरूरत करने की जरूरत मतलब कि थोनों इन्नी लोड़ नहीं पैंदी हुंदी, तुसी 3-4 जां वध तो वध 3 कनैक्टर है जिहड़े यूज़ कर सकते हो। ये तो हुंदा नहीं भी हरेक सेंटेंस कहता उस तो बाद आपां कहता मोर ओवर, फरदर मोर, सो इन्ने नहीं यूज़ करने होंगे। सिर्फ तुसी जिन्ने कि तुहानूं मान लो 2-3 की जरूरत है, सिर्फ वो यूज़ कर सकते हो। ज़्यादा जो यूज़ करोगे वो भी की है, ਉਹਦੇ ਨਾਲ ਕੀ ਹੈ ਤੁਸੀਂ बोलता कुछ रहे नहीं, सिर्फ कनैक्टर यूज़ करी जाते हो। सो ਉਹਦਾ कोई फायदा नहीं है। सिंपल बोलो बट फ्लूएंट तरीके नाल बोलो, ਜਿਹੜਾ एग्जामिनर है तो इंप्रैस हो जाए। तो मेन गल, ठीक है, क्यू कार्ड तो सारे डरते रहते हैं भी क्यू कार्ड है सातों बोलिया नहीं जाता 2 मिनट, जद कि क्यू कार्ड तो थोड़े ते कोई इन्ना ज़्यादा ध्यान नहीं दिंदा हैगा। जिहड़ा तुहाडा फस्ट पार्ट हुंदा है ना, पार्ट 1, उसनूं तुसीं इन्ना कि इंप्रैसिव बनाओ ना भी हाँ बंदे नूं वाकई लगे भी हाँ इनू इंग्लिश की नॉलेज है भी ये कर सकदा, ठीक है। जिवें थोड़े तो क्वेश्चन पहला मान लो थोड़ा नेम पूछा जाता है, इंट्रोडक्शन पूछ भी हो सकती है नहीं भी हो सकती, ठीक है। ज़्यादातर नेम ही पूछा जाता है, ठीक है। तो थोड़े जिहड़े क्वेश्चन होंदे ने ज़्यादा होम दे रिलेटेड होंदे ने, ठीक है। जिवें डिस्क्राइब योर होम टाउन, ठीक है। सो ये जिहड़े टॉपिक ने इदां दे छोटे टॉपिक ने, इन्हों इन्ना ज़्यादा प्रिपेयर कर लो भी हाँ जो तुहानूं क्वेश्चन पूछा जाए तो तुसीं पूरे कॉन्फिडेंस नाल नैचुरल तरीके नाल आंसर कर सको, जिहड़ा कि एग्जामिनर तुहानूं फस्ट उहदे नाल ही बैंड दे देवे, बैंड स्कोर तुहाडा जिहड़ा की है ज़्यादा हाई हो जाए, ठीक है। उस च तुसीं अपनी एक इस तरह की इमेज बना दो, तुसीं पहला ही उदां आंसर कर दो भी जिहड़ा क्वेश्चन वो तुहानूं नैक्सट पूछूगा। तो जिहड़े तुहाडे आंसर हैं वो किन्ने होने चाहिए हैं, किन्ने तो किन्ने लाइनस दे होने चाहिए हैं। जिहड़े इंट्रोडक्टरी पार्ट वाले ने वो 2 to 3 लाइनस ते तां होने चाहिए हैं, 2 to 3 सेंटेंस तां होने चाहिए हैं। ये नहीं भी तुसीं उन्होंने पूछा सिर्फ तो तुसीं एक वर्ड च 2 वर्ड या एक सेंटेंस च अपनी गल खत्म करती, इदां नहीं करना हुंदा। 2 to 3 सेंटेंस तां तुहानूं जरूरी चाहिए ही चाहिए ने अगर तुसीं अपनी स्पीकिंग जो स्कोर वधिया लैना चाहुंदे हो, ठीक है। तो जिहड़े फॉलोअप्स ने उन्हां च 3 to 4 लाइनां भी तुसीं यूज़ कर सकते हो, ठीक है। डिपेंड करता भी क्वेश्चन किद्दां, बट एक लाइन कह के कदे भी चुप नहीं होना हुंदा, ठीक है जी। ये सी तुहाडे स्पीकिंग के टिप्स, जे तुसीं इन्हां नूं फॉलो करदे हो, ठीक है, तो की है थोड़ा स्कोर बहुत वधिया आ सकता है, ठीक है। बस की है तुसीं सिंपल बोलना है बट हैजिटेशन नहीं करनी, जे हैजिटेशन नहीं करोगे थोड़ा स्कोर है वो आपे ही वधिया आ जाऊगा, ठीक है फ्रेंड्स। जे तुहानूं मेरी ये वीडियो वधिया लगी तो लाइक जरूर करियो, मेरे चैनल नूं सबसक्राइब करो तो बैल आइकन ते जरूर क्लिक करो ताकि आने वाली वीडियो की नोटिफिकेशन तुहानूं मिल सके। जी नैक्सट वीडियो होगी उसदे विच आपां लिसनिंग दे फिलअप्स करांगे, ठीक है जी। उसदे नाल फिलअप्स तो बाद तुहानूं होमवर्क भी दिता जाऊगा, सो तैयार रहो बिल्कुल। हुण अपनी आइल्स दी क्लासेस स्टार्ट हो चुकी हैं, ठीक है फ्रेंड्स। बाय बाय, टेक केयर।